ਹੁਣ ਤੱਕ ਤੁਸੀਂ ਪੜ੍ਹਿਆ ਕਿ ਰਾਧਾ ਦੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੇ ਚਾਚਾ ਚਾਚੀ ਕੋਲ ਹੀ ਰਹਿੰਦੀ ਸੀ। ਪਰ ਥੋੜ੍ਹੇ ਸਮੇਂ ਬਾਅਦ ਚਾਚੇ ਦੀ ਵੀ ਮੌਤ ਹੋ ਗਈ ਅਤੇ ਉਸ ਦੀ ਚਾਚੀ ਨੇ ਉਸ ਦਾ ਵਿਆਹ ਕਿਸੇ ਲੜਕੇ ਨਾਲ ਕਰ ਦਿੱਤਾ ਜੋ ਕਿ ਅੰਨਾ ਸੀ। ਰਾਧਾ ਉਸ ਨੂੰ ਨਫ਼ਰਤ ਕਰਨ ਲੱਗੀ ਅਤੇ ਇੱਕ ਦਿਨ ਜਦੋਂ ਉਹ ਬਾਹਰ ਸ਼ਹਿਰ ਗਿਆ ਹੋਇਆ ਸੀ ਤਾਂ ਰਾਤ ਨੂੰ ਅਚਾਨਕ ਕਿਸੇ ਨੇ ਰਾਧਾ ਨੂੰ ਪਿੱਛੋਂ ਫੜ ਲਿਆ। ਅਤੇ ਹੁਣ ਅੱਗੇ ਉਸ ਆਦਮੀ ਨੇ ਮੇਰੇ ਕੰਨਾਂ 'ਚ ਕਿਹਾ ਕਿ ਤੁਸੀਂ ਬਹੁਤ ਹੀ ਖੂਬਸੂਰਤ ਹੋ। ਮੈਂ ਜਦੋਂ ਦਾ ਤੁਹਾਨੂੰ ਦੇਖਿਆ ਹੈ ਤੁਹਾਡਾ دیਵਾਨਾ ਹੋ ਗਿਆ ਹਾਂ। ਅੱਜ ਤੁਹਾਡਾ ਪਤੀ ਘਰੇ ਨਹੀਂ ਹੈ, ਭਾਵੇਂ ਉਹ ਦੇਖ ਨਹੀਂ ਸਕਦਾ, ਪਰ ਮੈਂ ਉਸ ਦੀ ਗੈਰ ਮੌਜੂਦਗੀ 'ਚ ਆਉਣਾ ਚਾਹੁੰਦਾ ਸੀ ਤਾਂ ਕਿ ਤੁਹਾਡੇ ਨਾਲ ਖੁੱਲ੍ਹ ਕੇ ਆਪਣੇ ਦਿਲ ਦੀ ਗੱਲ ਕਰ ਸਕਾਂ। ਉਸਨੇ ਦੱਸਿਆ ਕਿ ਉਹ ਗੁਆਂਢ 'ਚ ਰਹਿੰਦਾ ਹੈ ਅਤੇ ਰੋਜ਼ਾਨਾ ਉਸ ਨੂੰ ਲੁਕ ਲੁਕ ਕੇ ਦੇਖਦਾ ਹੈ। ਉਸਨੇ ਕਿਹਾ ਕਿ ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ ਕਿ ਤੇਰੇ ਵਰਗੀ ਇੰਨੀ ਸੋਹਣੀ ਲੜਕੀ ਦਾ ਵਿਆਹ ਅਜਿਹੇ ਇਨਸਾਨ ਨਾਲ ਹੋ ਗਿਆ ਜੋ ਕਿ ਦੇਖ ਵੀ ਨਹੀਂ ਸਕਦਾ। ਜਦੋਂ ਮੈਂ ਉਸ ਆਦਮੀ ਨੂੰ ਮੁੜ ਕੇ ਦੇਖਿਆ ਤਾਂ ਉਸਨੇ ਮੂੰਹ ਢੱਕਿਆ ਹੋਇਆ ਸੀ, ਪਰ ਉਸ ਦੀਆਂ ਅੱਖਾਂ ਦਿਸ ਰਹੀਆਂ ਸਨ ਜੋ ਕਿ ਭੂਰੀਆਂ ਸਨ। ਮੈਨੂੰ ਕਿਸੇ ਦੇ ਮੂੰਹੋਂ ਇੰਨੇ ਚਿਰ ਬਾਅਦ ਆਪਣੀ ਤਾਰੀਫ ਸੁਣ ਕੇ ਚੰਗਾ ਲੱਗਿਆ ਅਤੇ ਗੁੱਸਾ ਨਹੀਂ ਆਇਆ। ਇਸੇ ਦੌਰਾਨ ਮੈਂ ਉਸ ਨੂੰ ਇਸ਼ਾਰੇ ਨਾਲ ਆਖਿਆ ਕਿ ਉਹ ਮੈਨੂੰ ਵੀ ਬੋਲਣ ਦੇਵੇ ਤਾਂ ਉਸਨੇ ਮੇਰੇ ਮੂੰਹ ਤੋਂ ਹੱਥ ਹਟਾ ਲਿਆ। ਮੈਂ ਉਸ ਨੂੰ ਕਿਹਾ ਕਿ ਤੂੰ ਇੱਥੋਂ ਚਲਾ ਜਾ, ਮੇਰਾ ਘਰ ਵਾਲਾ ਆ ਜਾਵੇਗਾ। ਤਾਂ ਉਸਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਉਹ ਅੱਜ ਨਹੀਂ ਕੱਲ੍ਹ ਆਵੇਗਾ, ਪਰ ਮੈਨੂੰ ਆਪਣੀ ਸੱਸ ਦਾ ਡਰ ਸੀ ਅਤੇ ਉਸ ਰਾਤ ਤਾਂ ਮੈਂ ਵੀ ਉਸ ਨੂੰ ਭਜਾ ਦਿੱਤਾ। ਹੁਣ ਜਦੋਂ ਵੀ ਮੇਰਾ ਪਤੀ ਘਰੋਂ ਬਾਹਰ ਜਾਂਦਾ ਤਾਂ ਉਹ ਲੜਕਾ ਆ ਜਾਂਦਾ ਅਤੇ ਅਸੀਂ ਸਾਰੀ ਰਾਤ ਗੱਲਾਂ ਕਰਦੇ ਰਹਿੰਦੇ, ਪਰ ਉਹ ਹਮੇਸ਼ਾ ਨਕਾਬ 'ਚ ਹੀ ਰਹਿੰਦਾ ਸੀ। ਮੈਂ ਉਸ ਨੂੰ ਕਈ ਵਾਰ ਕਿਹਾ ਕਿ ਨਕਾਬ ਹਟਾ ਦੇਵੇ, ਪਰ ਉਹ ਹਮੇਸ਼ਾ ਆਖਦਾ ਕਿ ਸਮਾਂ ਆਉਣ 'ਤੇ ਹਟਾਵਾਂਗਾ। ਹੁਣ ਮੈਂ ਸਾਰਾ ਦਿਨ ਉਸ ਬਾਰੇ ਸੋਚਦੀ ਰਹਿੰਦੀ ਅਤੇ ਜਿਸ ਚੀਜ਼ ਦੀ ਕਮੀ ਸੀ ਉਹ ਮਿਲ ਰਹੀ ਸੀ। ਅਜਿਹਾ ਸਿਲਸਿਲਾ ਕਾਫੀ ਚਿਰ ਚੱਲਦਾ ਰਿਹਾ ਅਤੇ ਕਦੇ ਵੀ ਉਸਨੇ ਕੋਈ ਗਲਤ ਹਰਕਤ ਨਹੀਂ ਸੀ ਕੀਤੀ, ਪਰ ਮੇਰੀ ਅਕਲ 'ਤੇ ਜਿਵੇਂ ਪਰਦਾ ਪੈ ਗਿਆ ਸੀ ਕਿਉਂਕਿ ਮੈਂ ਇੱਕ ਗੈਰ ਮਰਦ ਨਾਲ ਗੱਲਾਂ ਕਰਦੀ ਸੀ ਅਤੇ ਉਹ ਤਾਂ ਮੇਰੇ ਕਮਰੇ ਤੱਕ ਵੀ ਆ ਜਾਂਦਾ ਸੀ ਅਤੇ ਕਦੇ ਵੀ ਕੋਈ ਗਲਤ ਹਰਕਤ ਕਰ ਸਕਦਾ ਸੀ। ਮੇਰਾ ਪਤੀ ਭਾਵੇਂ ਅੰਨਾ ਸੀ, ਪਰ ਮੇਰਾ ਤਾਂ ਦਿਲ ਵੀ ਅੰਨਾ ਹੋ ਗਿਆ ਸੀ। ਮੈਂ ਕੀ ਕਰ ਰਹੀ ਸੀ ਮੈਨੂੰ ਨਜ਼ਰ ਨਹੀਂ ਆ ਰਿਹਾ ਸੀ। ਮੈਂ ਕਿੰਨਾ ਗਲਤ ਕਰ ਰਹੀ ਸੀ ਇਸ ਦਾ ਮੈਨੂੰ ਕੋਈ ਅਹਿਸਾਸ ਨਹੀਂ ਸੀ ਅਤੇ ਨਾ ਹੀ ਕਦੇ ਆਪਣੇ ਆਪ ਨੂੰ ਕੋਈ ਸਵਾਲ ਕੀਤਾ ਕਿ ਮੈਂ ਅਜਿਹਾ ਕਿਉਂ ਕਰ ਰਹੀ ਹਾਂ। ਇੱਕ ਰਾਤ ਅਸੀਂ ਦੋਵੇਂ ਗੱਲਾਂ ਕਰ ਰਹੇ ਸੀ ਤਾਂ ਅਚਾਨਕ ਮੋਹਨ ਦਾ ਮੈਸੇਜ ਆਇਆ ਕਿ ਉਹ ਪਹੁੰਚਣ ਵਾਲਾ ਹੈ। ਮੈਂ ਹੈਰਾਨ ਹੋਈ ਕਿ ਉਹ ਇੱਕਦਮ ਕਿਵੇਂ ਆ ਗਿਆ। ਸੋਚ ਹੀ ਰਹੀ ਸੀ ਕਿ ਗੱਡੀ ਅੰਦਰ ਆ ਗਈ। ਮੈਨੂੰ ਘਬਰਾਈ ਨੂੰ ਦੇਖ ਉਸ ਲੜਕੇ ਨੇ ਕਿਹਾ ਕਿ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਤੇਰਾ ਘਰ ਵਾਲਾ ਤਾਂ ਦੇਖ ਹੀ ਨਹੀਂ ਸਕਦਾ, ਅਤੇ ਇੰਨਾ ਆਖ ਉਹ ਚਲਾ ਗਿਆ। ਥੋੜ੍ਹੀ ਦੇਰ 'ਚ ਮੋਹਨ ਵੀ ਅੰਦਰ ਆਇਆ। ਮੈਂ ਉਸ ਨਾਲ ਕੋਈ ਗੱਲ ਨਾ ਕੀਤੀ। ਉਸਨੇ ਸਤਿ ਸ਼੍ਰੀ ਅਕਾਲ ਬੁਲਾਈ ਤਾਂ ਮੈਂ ਵੀ ਜਵਾਬ ਦਿੱਤਾ ਅਤੇ ਸੌਣ ਲਈ ਪੈ ਗਈ, ਪਰ ਮੈਨੂੰ ਮਹਿਸੂਸ ਹੋਇਆ ਕਿ ਮੋਹਨ ਸੁੱਤਾ ਨਹੀਂ ਸੀ, ਸਗੋਂ ਬੈਠਾ ਹੋਇਆ ਸੀ। ਉਹ ਇੱਕਦਮ ਬੋਲੇ ਕਿ ਰਾਧਾ, ਕੀ ਤੈਨੂੰ ਪਤਾ ਹੈ ਕਿ ਮੇਰੇ ਪਿਤਾ ਜੀ ਵੀ ਅੰਨੇ ਸਨ ਅਤੇ ਮੇਰੀ ਮਾਂ ਬਹੁਤ ਹੀ ਖੂਬਸੂਰਤ ਸੀ। ਰਿਸ਼ਤੇਦਾਰਾਂ ਦੇ ਦਬਾਅ 'ਚ ਆ ਕੇ ਮੇਰੀ ਮਾਂ ਨੇ ਮੇਰੇ ਪਿਤਾ ਨਾਲ ਵਿਆਹ ਕੀਤਾ ਸੀ, ਪਰ ਉਹਨਾਂ ਨੂੰ ਤੇਰੇ ਵਾਂਗ ਇੱਕ ਅੰਨੇ ਇਨਸਾਨ ਨਾਲ ਜ਼ਿੰਦਗੀ ਬਤੀਤ ਕਰਨਾ ਬਹੁਤ ਔਖਾ ਲੱਗ ਰਿਹਾ ਸੀ। ਪਰ ਜਦੋਂ ਮੈਂ ਪੈਦਾ ਹੋਇਆ ਤਾਂ ਉਹਨਾਂ ਨੇ ਆਪਣਾ ਦਿਲ ਮੇਰੇ 'ਚ ਲਾਇਆ, ਪਰ ਥੋੜ੍ਹੇ ਚਿਰ 'ਚ ਮੇਰੇ ਤੋਂ ਵੀ ਉਹਨਾਂ ਦਾ ਦਿਲ ਭਰ ਗਿਆ। ਫਿਰ ਉਹਨਾਂ ਨੇ ਆਪਣਾ ਦਿਲ ਕਿਤੇ ਹੋਰ ਲਾਇਆ ਅਤੇ ਪਾਪਾ ਦੀ ਗੈਰ ਮੌਜੂਦਗੀ 'ਚ ਰੋਜ਼ਾਨਾ ਕੋਈ ਗੈਰ ਮਰਦ ਘਰ ਆਉਂਦਾ ਅਤੇ ਮਾਂ ਸਾਰਾ ਦਿਨ ਉਸ ਨਾਲ ਗੱਲਾਂ ਕਰਦੀ ਰਹਿੰਦੀ ਅਤੇ ਮੈਂ ਸੁਣਦਾ ਸੀ, ਪਰ ਕਹਿੰਦਾ ਕੁਝ ਵੀ ਨਹੀਂ ਸੀ। ਜਿਵੇਂ ਹੀ ਮੋਹਨ ਨੇ ਇਹ ਸ਼ਬਦ ਬੋਲੇ ਤਾਂ ਮੇਰੀ ਜਾਨ ਹੀ ਨਿਕਲ ਗਈ, ਕਿਉਂਕਿ ਇਹ ਤਾਂ ਮੇਰੀ ਹੀ ਕਹਾਣੀ ਸੀ ਜੋ ਮੈਨੂੰ ਸੁਣਾਈ ਜਾ ਰਹੀ ਸੀ।
ਮੋਹਨ ਨੇ ਫਿਰ ਬੋਲਣਾ ਸ਼ੁਰੂ ਕੀਤਾ। ਉਸਨੇ ਕਿਹਾ ਕਿ ਉਸ ਸਮੇਂ ਭਾਵੇਂ ਮੈਂ ਬੱਚਾ ਸੀ, ਪਰ ਮਾਂ ਦੀਆਂ ਇਹ ਹਰਕਤਾਂ ਦੇਖ ਜਿਵੇਂ ਮੇਰਾ ਬਚਪਨ ਖਤਮ ਹੋ ਗਿਆ ਤੇ ਇਸੇ ਤਰ੍ਹਾਂ ਜਵਾਨੀ ਆ ਗਈ। ਉਹ ਆਦਮੀ ਪਤਾ ਨਹੀਂ ਕਿੱਥੇ ਚਲਾ ਗਿਆ। ਫਿਰ ਮੈਂ ਤੇ ਮੇਰੀ ਮਾਂ ਸੀ। ਮੇਰੀ ਮਾਂ ਨੇ ਦੂਜਾ ਬੱਚਾ ਪੈਦਾ ਕਰਨ ਦੀ ਹਿੰਮਤ ਨਹੀਂ ਕੀਤੀ ਅਤੇ ਮੇਰੇ ਪਿਤਾ ਇਸ ਦੁਨੀਆ ਤੋਂ ਹਮੇਸ਼ਾ ਲਈ ਚਲੇ ਗਏ। ਸਾਰੀ ਜ਼ਿੰਦਗੀ ਮੇਰੇ ਪਿਤਾ ਨੂੰ ਇਹ ਪਤਾ ਨਾ ਲੱਗ ਸਕਿਆ ਕਿ ਉਹਨਾਂ ਦੀ ਗੈਰ ਮੌਜੂਦਗੀ 'ਚ ਕੋਈ ਉਹਨਾਂ ਦੇ ਘਰ ਆਉਂਦਾ ਹੈ ਤੇ ਉਹਨਾਂ ਦੀ ਪਤਨੀ ਨਾਲ ਗੱਲਾਂ ਕਰਦਾ ਹੈ। ਇਸੇ ਵੇਲੇ ਮੋਹਨ ਨੇ ਦੱਸਿਆ ਕਿ ਉਹ ਪੈਦਾਇਸ਼ੀ ਅੰਨਾ ਨਹੀਂ ਸੀ। ਮੈਂ ਬਚਪਨ 'ਚ ਦੇਖ ਸਕਦਾ ਸੀ ਤੇ ਮੈਂ ਆਪਣੀ ਮਾਂ ਦੀਆਂ ਹਰਕਤਾਂ ਦੇਖਦਾ ਰਹਿੰਦਾ ਸੀ, ਪਰ ਹੌਲੀ-ਹੌਲੀ ਮੇਰੀ ਅੱਖਾਂ ਦੀ ਰੋਸ਼ਨੀ ਚਲੀ ਗਈ ਕਿਉਂਕਿ ਇਹ ਅੰਨਾਪਨ ਮੇਰੇ ਪਿਤਾ ਵੱਲੋਂ ਮੈਨੂੰ ਵਿਰਾਸਤ 'ਚ ਮਿਲਿਆ ਸੀ। ਮੈਨੂੰ ਅੰਨੇ ਹੋਣ 'ਤੇ ਖੁਸ਼ੀ ਵੀ ਸੀ ਕਿ ਮੈਂ ਅੰਨਾ ਹੋ ਗਿਆ, ਕਿਉਂਕਿ ਮੈਂ ਆਪਣੀ ਮਾਂ ਦੀਆਂ ਹਰਕਤਾਂ ਤਾਂ ਨਹੀਂ ਸੀ ਦੇਖ ਸਕਦਾ ਕਿ ਮੇਰੀ ਮਾਂ ਕੀ ਗਲਤ ਕਰ ਰਹੀ ਹੈ। ਪਰ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੇ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ ਤੇ ਦੂਜਿਆਂ ਖਾਤਰ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ ਤੇ ਮੈਨੂੰ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ ਤੇ ਮੈਂ ਆਪਣਾ ਇਲਾਜ ਸ਼ੁਰੂ ਕੀਤਾ। ਥੋੜ੍ਹੇ ਜਿਹੇ ਇਲਾਜ ਤੋਂ ਬਾਅਦ ਤੇ ਇੱਕ ਆਪਰੇਸ਼ਨ ਨਾਲ ਮੇਰੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਤੇ ਸਭ ਕੁਝ ਦੇਖਣ ਲੱਗਾ ਸੀ। ਉਸ ਸਮੇਂ ਮੇਰੀ ਮਾਂ ਨੇ ਮੇਰੇ ਵਿਆਹ ਦਾ ਫੈਸਲਾ ਕੀਤਾ ਤੇ ਮੈਂ ਚੁੱਪਚਾਪ ਇਹ ਫੈਸਲਾ ਮਨਜ਼ੂਰ ਕਰ ਲਿਆ। ਮਾਂ ਨੇ ਮੈਨੂੰ ਤੇਰੀ ਫੋਟੋ ਨਹੀਂ ਦਿਖਾਈ ਕਿਉਂਕਿ ਉਹਨਾਂ ਨੂੰ ਮੇਰੇ ਸਹੀ ਹੋਣ ਦਾ ਨਹੀਂ ਪਤਾ ਸੀ ਤੇ ਉਹ ਮੈਨੂੰ ਅੰਨਾ ਹੀ ਸਮਝਦੀ ਸੀ, ਪਰ ਮੈਂ ਉਹਨਾਂ ਨੂੰ ਕੁਝ ਨਾ ਦੱਸਿਆ। ਜਦੋਂ ਸਾਡਾ ਵਿਆਹ ਹੋਇਆ ਤਾਂ ਮੈਂ ਦੇਖ ਸਕਦਾ ਸੀ। ਪਹਿਲੇ ਦਿਨ ਜਦੋਂ ਮੈਂ ਤੈਨੂੰ ਦੇਖਿਆ ਤਾਂ ਮੈਂ ਤੇਰੇ ਹੁਸਨ ਨੂੰ ਦੇਖ ਕੇ ਹੈਰਾਨ ਹੋ ਗਿਆ। ਇਹ ਆਖਦੇ ਆਖਦੇ ਮੋਹਨ ਚੁੱਪ ਹੋ ਗਿਆ। ਉਹਨਾਂ ਦੀ ਇਹ ਗੱਲ ਸੁਣ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਮੋਹਨ ਫਿਰ ਬੋਲੇ, ਪਰ ਮੈਂ ਇਹ ਵੀ ਦੇਖਣਾ ਚਾਹੁੰਦਾ ਸੀ ਕਿ ਤੂੰ ਕਿਸ ਤਰ੍ਹਾਂ ਦੀ ਘਰਵਾਲੀ ਸਾਬਤ ਹੋਵੇਂਗੀ। ਮੇਰੇ ਅੰਨੇਪਨ ਬਾਰੇ ਸੁਣ ਕੇ ਮੇਰਾ ਸਹਾਰਾ ਬਣੇਗੀ ਜਾਂ ਬੇਵਫਾ। ਪਰ ਮੈਨੂੰ ਤੇਰਾ ਰਵੱਈਆ ਦੇਖ ਕੇ ਬਹੁਤ ਦੁੱਖ ਹੋਇਆ ਤੇ ਮੈਂ ਤੈਨੂੰ ਛੱਡਣ ਦਾ ਫੈਸਲਾ ਕਰ ਲਿਆ ਸੀ। ਤੇਰੇ ਸਾਹਮਣੇ ਮੈਂ ਅੰਨੇਪਨ ਦਾ ਡਰਾਮਾ ਸਿਰਫ 1 ਮਹੀਨਾ ਹੀ ਕੀਤਾ ਤੇ ਇਸ ਦੌਰਾਨ ਤੂੰ ਮੈਨੂੰ ਛੱਡ ਆਪਣਾ ਇੱਕ ਪ੍ਰੇਮੀ ਵੀ ਬਣਾ ਲਿਆ। ਮੋਹਨ ਦੀ ਇਹ ਗੱਲ ਸੁਣ ਜਿਵੇਂ ਮੇਰੇ ਸਿਰ ਤੇ ਆਸਮਾਨ ਡਿੱਗਿਆ ਤੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ। ਮੋਹਨ ਨੇ ਫਿਰ ਮੈਨੂੰ ਦੱਸਿਆ ਕਿ ਉਹ ਨਕਾਬਪੋਸ਼ ਆਦਮੀ ਕੋਈ ਹੋਰ ਨਹੀਂ ਸੀ, ਸਗੋਂ ਮੈਂ ਹੀ ਸੀ। ਮੋਹਨ ਦੀ ਇਹ ਗੱਲ ਸੁਣ ਮੈਂ ਹੱਥ ਪੈਰ ਸੁੰਨ ਹੋ ਗਏ। ਮੇਰੇ ਨਾਲ ਇਹ ਕੀ ਹੋ ਰਿਹਾ ਹੈ? ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਐਨੇ ਨੂੰ ਮੋਹਨ ਨੇ ਉੱਠ ਕੇ ਦਰਾਜ਼ 'ਚੋਂ ਨਕਾਬ ਕੱਢਿਆ ਤੇ ਚਿਹਰੇ 'ਤੇ ਪਾ ਲਿਆ। ਮੈਂ ਦੇਖਿਆ ਕਿ ਇਹ ਮੋਹਨ ਹੀ ਸੀ ਜੋ ਹੋਰ ਲੜਕਾ ਬਣ ਕੇ ਮੇਰੇ ਕੋਲ ਆਉਂਦਾ ਸੀ, ਪਰ ਮੈਂ ਨਹੀਂ ਸੀ ਦੇਖ ਸਕੀ ਕਿ ਅੱਖਾਂ ਤਾਂ ਮੋਹਨ ਦੀਆਂ ਹੀ ਸਨ। ਪਤਾ ਨਹੀਂ ਮੇਰੀ ਅਕਲ 'ਤੇ ਕੀ ਪਰਦਾ ਪੈ ਗਿਆ ਸੀ। ਉਸ ਵੇਲੇ ਮੋਹਨ ਨੇ ਮੈਨੂੰ ਸਵਾਲ ਕੀਤਾ ਕਿ ਰਾਧਾ, ਜੇਕਰ ਮੈਂ ਵਿਆਹ ਸਮੇਂ ਸਹੀ ਹੁੰਦਾ ਤੇ ਵਿਆਹ ਤੋਂ ਬਾਅਦ ਮੇਰੀਆਂ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਤਾਂ ਕੀ ਫਿਰ ਵੀ ਤੂੰ ਕਿਸੇ ਹੋਰ ਨਾਲ ਦਿਲ ਲਾ ਲੈਂਦੀ? ਮੋਹਨ ਦੇ ਸਵਾਲ 'ਤੇ ਮੈਨੂੰ ਸ਼ਰਮਿੰਦਾ ਕਰ ਦਿੱਤਾ ਸੀ ਤੇ ਮੇਰੇ ਕੋਲ ਬੋਲਣ ਨੂੰ ਕੁਝ ਵੀ ਨਹੀਂ ਸੀ। ਮੇਰਾ ਦਿਲ ਆਖ ਰਿਹਾ ਸੀ ਕਿ ਕਾਸ਼ ਜ਼ਮੀਨ ਫਟ ਜਾਵੇ ਤੇ ਮੈਂ ਉਸ 'ਚ ਸਮਾ ਜਾਵਾਂ। ਮੈਨੂੰ ਉਸ ਨਕਾਬਪੋਸ਼ ਨਾਲ ਮੁਹੱਬਤ ਹੋ ਗਈ ਸੀ ਜੋ ਕਿ ਮੇਰਾ ਪਤੀ ਹੀ ਸੀ ਤੇ ਹੁਣ ਮੈਂ ਕੀ ਕਰਾਂ? ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਮੈਂ ਸੋਚ ਹੀ ਰਹੀ ਸੀ ਕਿ ਮੋਹਨ ਬੋਲਿਆ, ਰਾਧਾ, ਮੈਂ ਤੇਰੇ ਤੋਂ ਨਾਰਾਜ਼ ਨਹੀਂ ਹਾਂ। ਮੈਂ ਤਾਂ ਹਾਲਾਤ ਦਾ ਮਾਰਿਆ ਹੋਇਆ ਇਨਸਾਨ ਹਾਂ ਜਿਸ ਨੇ ਆਪਣੀ ਮਾਂ ਦੀ ਬੇਵਫਾਈ ਦੇਖੀ ਸੀ ਤੇ ਮੈਂ ਉਸ ਦੀ ਸਜ਼ਾ ਇੱਕ ਮਾਸੂਮ ਲੜਕੀ ਨੂੰ ਅਜ਼ਮਾ ਕੇ ਦੇਣਾ ਚਾਹੁੰਦਾ ਸੀ। ਪਰ ਮੈਨੂੰ ਅੱਜ ਅਹਿਸਾਸ ਹੋ ਰਿਹਾ ਹੈ ਕਿ ਮੈਂ ਗਲਤ ਕੀਤਾ। ਮੈਂ ਤੈਨੂੰ ਮੁਆਫ ਕਰਦਾ ਹਾਂ ਕਿਉਂਕਿ ਮੈਨੂੰ ਤੇਰੇ ਚਰਿੱਤਰ ਬਾਰੇ ਪਤਾ ਲੱਗ ਗਿਆ ਹੈ। ਤੂੰ ਉਸ ਅਜਨਬੀ ਨਾਲ ਸਿਰਫ ਗੱਲਾਂ ਕੀਤੀਆਂ ਤੇ ਆਪਣੀ ਹੱਦ ਦਾ ਖਿਆਲ ਰੱਖਿਆ। ਮੈਂ ਇਸ ਦੌਰਾਨ ਦੇਖ ਲਿਆ ਸੀ ਕਿ ਤੈਨੂੰ ਸਿਰਫ ਪਿਆਰ ਭਰੀਆਂ ਗੱਲਾਂ ਦੀ ਲੋੜ ਸੀ ਤੇ ਤੇਰੇ ਅੰਦਰ ਕੋਈ ਹੋਰ ਬੁਰਾਈ ਨਹੀਂ ਸੀ। ਤੇਰੇ ਅੰਦਰ ਇੱਕ ਅਹਿਸਾਸ ਦੀ ਕਮੀ ਸੀ
ਰਾਧਾ, ਮੈਂ ਤੈਨੂੰ ਕੀ ਮੁਆਫ ਕਰਾਂਗਾ ਤੇ ਮੈਂ ਤਾਂ ਇਸ ਕਾਬਲ ਵੀ ਨਹੀਂ ਕਿ ਤੂੰ ਮੈਨੂੰ ਮੁਆਫ ਕਰੇ। ਮੇਰੇ 'ਚ ਹਿੰਮਤ ਨਹੀਂ ਕਿ ਮੈਂ ਤੇਰੇ ਤੋਂ ਮੁਆਫੀ ਮੰਗਾਂ। ਹੋ ਸਕੇ ਤਾਂ ਮੈਨੂੰ ਮੁਆਫ ਕਰ ਦੇਵੀਂ। ਮੋਹਨ ਦੀਆਂ ਗੱਲਾਂ ਸੁਣ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਅੰਨੇ ਉਹ ਨਹੀਂ, ਸਗੋਂ ਅੰਨੀ ਤਾਂ ਉਹ ਆਪ ਸੀ, ਜੋ ਅੱਜ ਪਰਮਾਤਮਾ ਨੇ ਮੋਹਨ ਦੇ ਨਾਲ ਮੈਨੂੰ ਵੀ ਰੋਸ਼ਨੀ ਦੇ ਦਿੱਤੀ ਸੀ ਤੇ ਇਸ ਦੇ ਲਈ ਮੈਂ ਮਾਲਕ ਦਾ ਸ਼ੁਕਰਗੁਜ਼ਾਰ ਸੀ। ਉਸ ਰਾਤ ਅਸੀਂ ਦੋਵਾਂ ਨੇ ਮਿਲ ਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਦੋਸਤੋ, ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੈ ਤਾਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ, ਤਾਂ ਜੋ ਤੁਹਾਡੇ ਲਈ ਅਸੀਂ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲਿਆ ਸਕੀਏ।